कुछ समय दे लई सत्कारयोग बाबा जी बाबा हजूरा सिंह जी वो संगतां नूं निहाल करनगे। मैं अगे भी बेनती करदा हुंदा ते अज भी बेनती यही है कि बाबा जी का समा जिहड़ा है वो असीं मुकर्रर नहीं कर सकते। उन्हां दी अपनी मौज जिन्ना समा मैं मूर्ख की केतक बात है, कोट पराधी तरया रे। गुरु नानक जिन सुनिया पेखिया, से फिर गुरभास ना परया रे। सुनी अरदास स्वामी मेरा, सर्ब कला बन आई। प्रगट भई सगले जुग अंतर, गुरु नानक की वड्याई। प्रगट भई सगले जुग अंतर, गुरु नानक की वड्याई। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਆਪ ਸੰਗਤਾਂ ਗੁਰਬਾਣੀ ਦਾ ਕੀਰਤਨ ਦਾ ਆਨੰਦ ਮਾਣ ਰਹੇ ਹੋ। ਆਓ ਸਾਰੀ ਮਨ ਬਿਰਤੀ ਦੀ ਇਕਾਗਰਤਾ ਰਸਨਾ ਦੀ ਪਵਿੱਤਰਤਾ ਵਾਸਤੇ ਸਾਰੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਹੋਣ ਤੋਂ ਪਹਿਲਾਂ ਦੇ ਹਾਲਾਤ ਗੁਰਬਾਣੀ ਵਿੱਚ ਵੀ ਕਥਨ ਕੀਤੇ ਹਨ ਤੇ ਭਾਈ ਗੁਰਦਾਸ ਜੀ ਨੇ ਵੀ ਕਥਨ ਕੀਤੇ ਹਨ। ਇਹੋ ਜਿਹੇ ਹਾਲਾਤ ਸਨ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ। ਕਹਿੰਦੇ ਕੂੜ ਦੀ ਮੱਸਿਆ ਪ੍ਰਧਾਨ ਹੋ ਰਹੀ ਸੀ ਤੇ ਸੱਚ ਰੂਪੀ ਚੰਦਰਮਾ ਤਾਂ ਅਲੋਪ ਹੀ ਹੋਇਆ ਪਿਆ ਸੀ, ਸੱਚ ਕਿਤੇ ਦਿਸਦਾ ਹੀ ਨਹੀਂ ਸੀ। ਤੇ ਭਾਈ ਗੁਰਦਾਸ ਜੀ ਕਰਦੇ ਹਨ, ਕਲ ਆਈ ਕੁੱਤੇ ਮੂੰਹੇ ਖਾਜ ਹੁਆ ਮੁਰਦਾਰ ਗੁਸਾਈ। ਕੁੱਤੇ ਦੇ ਮੂੰਹ ਵਾਲੀ ਰੀਤੀ ਹੋ ਰਹੀ ਸੀ ਲੋਕਾਂ ਦੀ, ਕਲਯੁਗ ਦੇ ਲੋਕਾਂ ਦੀ। ਜਿਵੇਂ ਕੁੱਤੇ ਦਾ ਮੂੰਹ ਝੂਠਾ ਹੀ ਹੁੰਦਾ ਨਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕੁੱਤਾ ਰਸੋਈ ਵਿੱਚੋਂ ਵੈਸੇ ਹੀ ਲੰਘ ਜਾਏ, ਮੂੰਹ ਨਾ ਵੀ ਪਾਵੇ, ਆਪਾਂ ਕਹਿੰਦੇ ਝੂਠੀ ਹੋ ਗਈ। ਇਹੋ ਜਿਹੀ ਹਾਲਤ ਹੋ ਰਹੀ ਸੀ ਦੁਨੀਆ ਦੀ। ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਰਾਜੇ ਪਾਪੀ ਹੋ ਚੁੱਕੇ ਸਨ। ਸੀ ਤਾਂ ਬਣਨਾ ਪਰਜਾ ਦੀ ਵਾੜ, ਪਰ ਪਰਜਾ ਨੂੰ ਖਾ ਰਹੇ ਸਨ। ਤੇ ਪਰਜਾ ਦੀ ਹਾਲਤ ਕੀ ਸੀ? ਪਰਜਾ ਅੰਧੀ ਗਿਆਨ ਬਿਨ, ਪਰਜਾ ਨੂੰ ਵੀ ਗਿਆਨ ਹੈ ਨਹੀਂ ਸੀ। ਕੂੜ ਕੁਸੱਤ ਮੁਖੋਂ ਆਲਾਈ, ਚੇਲੇ ਸਾਜ ਵਜਾਏਂਦੇ ਨੱਚਣ ਗੁਰੂ, ਬਹੁਤ ਵਿਦ ਪਾਈ। ਰਾਸਧਾਰੀਏ ਆਦਿ ਜਿਹੜੇ ਗੁਰੂ ਬਣਦੇ ਉਹ ਨੱਚਦੇ ਆ, ਚੇਲੇ ਸਾਜ ਵਜਾਈ ਜਾਂਦੇ ਹਨ। ਚੇਲੇ ਬੈਠਣ ਘਰਾਂ ਵਿੱਚ, ਗੋਰੇ ਉੱਠ ਘਰੇ ਤੇ ਨਾੜੇ ਜਾਈ। ਘਰਾਂ ਵਿੱਚ ਬੈਠੇ ਹੋਏ ਚੇਲੇ ਤੇ ਗੁਰੂ ਕਹਿੰਦਾ ਮੈਂ ਚਲੋ ਘਰੇ ਚੱਲ ਕੇ ਉਪਦੇਸ਼ ਦੇ ਆਈਏ। ਇਹੋ ਜਿਹੀ ਹਾਲਤ ਹੋ ਰਹੀ ਸੀ। ਉਸ ਟਾਈਮ ਧੰਨ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਧਰਤੀ ਤੇ ਹੋਇਆ। ਉਹਦਾ ਵੀ ਕਾਰਨ ਬਾਣੀ ਵਿੱਚ ਲਿਖਿਆ ਹੈ। ਧਰਤੀ ਨੇ ਪੁਕਾਰ ਕੀਤੀ। ਪੁਕਾਰ ਕਿਵੇਂ ਕੀਤੀ? ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ। ਹੋਂ ਭਾਲ ਵਿਕੁੰਨੀ ਹੋਈ। ਧਰਤੀ ਕਹਿੰਦੀ ਮੈਂ ਭਾਲਦੀ ਭਾਲਦੀ ਸੱਚ ਨੂੰ ਵਿਆਕੁਲ ਹੋ ਗਈ, ਪਰ ਸੀ ਹਨੇਰਾ ਹੀ ਚਾਰ ਚਫੇਰੇ, ਅੰਧੇਰਾ ਰਾਹੋ ਨਾ ਕੋਈ, ਰਾਹ ਕਿਤੇ ਦਿਸਦਾ ਹੀ ਨਹੀਂ ਸੀ। ਤੇ ਜਦੋਂ ਰਾਹ ਹੀ ਨਾ ਦਿਸੇ ਫਿਰ ਦੱਸੋ ਕੀ ਬਣੇਗਾ? ਹਨੇਰੇ ਵਿੱਚ ਤਾਂ ਕੁਝ ਨਹੀਂ ਨਾ ਬਣਦਾ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਅੰਧਕਾਰ ਸੁਖ ਕਬੈ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਹਨੇਰੇ ਵਿੱਚ ਭਾਵੇਂ ਰਾਜਾ ਹੋਵੇ ਭਾਵੇਂ ਪਰਜਾ ਹੋਵੇ, ਸਾਰੇ ਰੋਂਦੇ ਨੇ। ਤੇ ਹਨੇਰ ਪਿਆ ਹੋਇਆ ਸੀ ਦੁਨੀਆ ਤੇ। ਉਸ ਟਾਈਮ ਵਿਆਕੁਲ ਹੋ ਕੇ ਜਿਹੜੀ ਧਰਤੀ ਸੀ ਉਹ ਪਰਮੇਸ਼ਰ ਦੇ ਦਰ ਤੇ ਪਹੁੰਚੀ।
ਧਰਤੀ ਨੇ ਪੁਕਾਰ ਕੀਤੀ, ਰੋਂਦੀ ਕਰਲਾਉਂਦੀ ਪਰਮੇਸ਼ਰ ਦੇ ਦਰ ਤੇ ਖਲੋਤੀ ਹੈ ਧਰਤੀ। ਤੇ ਜਦੋਂ ਧਰਤੀ ਵੱਲ ਨਿਗਾਹ ਮਾਰੀ ਨਾ ਭਗਵਾਨ ਨੇ, ਤੇ ਧਰਤੀ ਨੂੰ ਪੁੱਛਿਆ, ਧਰਤੀ ਦੱਸ ਕਿਉਂ ਰੋ ਰਹੀ ਹੈ? ਤਾਂ ਧਰਤੀ ਨੇ ਆਖਿਆ, हे ਭਗਵਾਨ, ਮੇਰੇ ਤੇ ਭਾਰ ਬਹੁਤ ਹੋ ਗਿਆ ਤਾਂ ਰੋ ਰਹੀ ਹਾਂ, ਭਾਰ ਨਹੀਂ ਮੈਥੋਂ ਚੁੱਕਿਆ ਜਾਂਦਾ। ਭਗਵਾਨ ਨੇ ਆਖਿਆ, ਚੰਗਾ ਤੇਰਾ ਭਾਰ ਹੌਲਾ ਕਰ ਦਿੰਨੇ ਆ, ਮੈਨੂੰ ਇਉਂ ਲੱਗਦਾ ਵੀ ਪਹਾੜਾਂ ਦਾ ਭਾਰ ਹੋਏਗਾ ਤੇਰੇ ਤੇ, ਬਹੁਤ ਵੱਡੇ ਵੱਡੇ ਪਹਾੜ ਹਨ, ਪਰਬਤ ਹਨ। ਧਰਤੀ ਨੇ ਆਖਿਆ, ਨਹੀਂ। ਇਸ ਗੱਲ ਨੂੰ ਭਾਈ ਗੁਰਦਾਸ ਜੀ ਨੇ ਐਸਾ ਲਿਖਿਆ ਹੈ। ਧਰਤੀ ਨੇ ਆਖਿਆ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਧਰਤੀ ਕਹਿਣ ਲੱਗੀ, ਜਿਹੜੇ ਅਸਮਾਨ ਨਾਲ ਖਹਿੰਦੇ ਹਨ ਨਾ ਪਰਬਤ, ਉਹਨਾਂ ਦਾ ਮੈਨੂੰ ਭਾਰ ਨਹੀਂ। ਫਿਰ ਭਗਵਾਨ ਨੇ ਆਖਿਆ, ਤੈਨੂੰ ਸਮੁੰਦਰਾਂ ਦਾ, ਦਰਿਆਵਾਂ ਦਾ, ਨਦੀਆਂ ਦਾ ਭਾਰ ਹੋਏਗਾ। ਤਾਂ ਧਰਤੀ ਨੇ ਫਿਰ ਕਹਿ ਦਿੱਤਾ, ਨਾ ਤਿਸ ਭਾਰੇ ਸਰਵਰਾਂ ਨਦ ਵਾਹ ਵਹੁੰਦੇ, ਇਹਨਾਂ ਦਾ ਵੀ ਭਾਰ ਨਹੀਂ। ਫਿਰ ਪੁੱਛ ਲਿਆ, ਤੈਨੂੰ ਭਾਰ ਹੋਏਗਾ ਬਨਸਪਤੀ ਦਾ? ਤਾਂ ਧਰਤੀ ਨੇ ਫਿਰ ਕਹਿ ਦਿੱਤਾ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ। ਫਲਾਂ ਨਾਲ ਲੱਦੇ ਹੋਏ ਦਰਖਤ ਖੜੇ ਹਨ, ਬਾਗ ਖੜੇ ਹਨ, ਬਗੀਚੇ ਖੜੇ ਹਨ, ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ। ਫਿਰ ਪੁੱਛ ਲਿਆ ਭਗਵਾਨ ਨੇ, ਤੈਨੂੰ ਕਿਲਿਆਂ ਦਾ ਭਾਰ ਹੋਏਗਾ? 2 ਮੰਜ਼ਲੇ 4 ਮੰਜ਼ਲੇ ਲੋਕਾਂ ਨੇ ਮਕਾਨ ਬਣਾਏ ਨੇ, ਉਹਨਾਂ ਦਾ ਭਾਰ ਹੋਏਗਾ। ਧਰਤੀ ਨੇ ਫੇਰ ਕਹਿ ਦਿੱਤਾ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਿਸੰਦੇ, ਇਹਨਾਂ ਦਾ ਵੀ ਭਾਰ ਨਹੀਂ। ਫਿਰ ਆਵਾਜ਼ ਆਈ, ਫਿਰ ਦੱਸ, ਤੂੰ ਹੀ ਦੱਸ, ਤੈਨੂੰ ਭਾਰ ਹੈ ਕਾਹਦਾ? ਉਸ ਟਾਈਮ ਧਰਤੀ ਨੇ ਆਖਿਆ, ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੀ, ਮੈਨੂੰ ਅਕਿਰਤ ਕਣਾਂ ਦਾ ਭਾਰ ਹੈ, ਇਹ ਨਹੀਂ ਮੈਥੋਂ ਚੁੱਕਿਆ ਜਾਂਦਾ। ਲੋਕ ਅਕਿਰਤ ਕਣ ਹੋ ਰਹੇ ਹਨ। ਅਕਿਰਤ ਕਣ ਕਿਹਨੂੰ ਕਹਿੰਦੇ ਨੇ? ਜਿਹੜਾ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਏ, ਉਹਨੂੰ ਕਹਿੰਦੇ ਨੇ ਅਕਿਰਤ ਕਣ। ਇਹੋ ਜਿਹੀ ਹਾਲਤ ਦੁਨੀਆ ਵਿੱਚ ਹੋ ਰਹੀ ਸੀ। ਭਾਈ ਗੁਰਦਾਸ ਜੀ ਨੇ ਦੂਸਰੀ ਪੌੜੀ ਵਿੱਚ ਅਕਿਰਤ ਕਣ ਦਾ ਨਕਸ਼ਾ ਵੀ ਖਿੱਚਿਆ ਹੈ, ਉਹ ਵੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ। ਉਹ ਕਹਿੰਦੇ ਹਨ, ਮਦ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ। ਮਦ ਸ਼ਰਾਬ ਨੂੰ ਕਹਿੰਦੇ ਨੇ, ਤੇ ਕੁੱਤੇ ਦਾ ਮਾਸ ਸ਼ਰਾਬ ਵਿੱਚ ਪਾ ਕੇ ਰਿੰਨਿਆ ਭਾਂਡਾ ਕੀ ਸੀ? ਧਰਿਆ ਮਾਨਸ ਖੋਪਰੀ ਤੇ ਸੰਬੰਧੀ ਵਾਸ। ਮਰੇ ਹੋਏ ਮਨੁੱਖ ਦੀ ਖੋਪੜੀ ਦੇ ਵਿੱਚ ਉਹਨੂੰ ਰਿੰਨਿਆ। ਰਿੰਨ ਕਰਕੇ ਫੇਰ ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ। ਲਹੂ ਦਾ ਲਿਬੜਿਆ ਹੋਇਆ ਬਸਤਰ ਜਿਹੜਾ ਸੀ, ਉਹਦੇ ਨਾਲ ਉਹਨੂੰ ਕੱਜਿਆ ਹੋਇਆ, ਢਕਿਆ ਹੋਇਆ। ਤੇ ਢਕਿਆ ਕਿਹਨੇ ਹੈ? ਜਿਹਨੂੰ ਆਪਾਂ ਚੰਡਾਲ ਜਾਂ ਭੰਗੀ ਕਹਿ ਦਿੰਦੇ ਆ। ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ। ਮੰਦ ਕਰਮ ਕਰਕੇ ਉਹਨੂੰ ਢੱਕ ਕੇ ਲਈ ਜਾਂਦੀ ਹੈ। ਤੇ ਅੱਗੋਂ ਕੋਈ ਇਨਸਾਨ ਮਿਲਿਆ, ਉਹਨੇ ਪੁੱਛ ਲਿਆ ਵੀ ਇਹ ਤੂੰ ਢੱਕਿਆ ਕਾਹਦੇ ਵਾਸਤੇ ਹੈ? ਇਹਨੂੰ ਢੱਕਣ ਦੀ ਕੀ ਲੋੜ ਹੈ? ਕੁੱਤੇ ਦਾ ਮਾਸ ਹੈ, ਸ਼ਰਾਬ ਵਿੱਚ ਰਿੰਨਿਆ ਹੈ। ਉੱਤੇ ਆਂਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਮੈਨੂੰ ਦੱਸ ਕਿਉਂ ਢੱਕਿਆ? ਤਾਂ ਉਸਨੇ ਬੀਬੀ ਨੇ ਪਤਾ ਆਖਿਆ ਕੀ? ਉਹ ਕਹਿੰਦੀ, ਨਦਰੀ ਪਵੇ ਅਕਿਰਤ ਕਣ ਮਤ ਹੋਏ ਵਿਨਾਸ਼। ਜੇ ਕਿਸੇ ਅਕਿਰਤ ਕਣ ਦੀ ਨਿਗਾਹ ਇਹਦੇ ਤੇ ਪੈ ਗਈ ਨਾ, ਫਿਰ ਇਦੋਂ ਵੀ ਗੰਦਾ ਹੋ ਜਾਏਗਾ। ਹੈ ਤਾਂ ਭਾਵੇਂ ਪਹਿਲਾਂ ਹੀ ਗੰਦਾ, ਪਰ ਇਦੋਂ ਵੀ ਗੰਦਾ ਹੋ ਜਾਏਗਾ। ਇਹ ਕਿਰਤ ਕਣ ਦੁਨੀਆ ਹੋ ਰਹੀ ਸੀ ਧੰਨ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਪਹਿਲਾਂ। ਮੈਂ ਬਚਪਨ ਦੇ ਵਿੱਚ ਜਦੋਂ ਵਿਦਿਆ ਪੜ੍ਹ ਰਹੇ ਸਾਂ, ਤੇ ਮਹਾਂਪੁਰਖਾਂ ਦੀ ਰਸਨਾ ਤੋਂ ਇੱਕ ਸਾਖੀ ਸੁਣੀ, ਆਪ ਜੀ ਨਾਲ ਸਾਂਝੀ ਕਰਾਂ। ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਉਹ ਕਿਰਤ ਕਣ ਦੀ ਗੱਲ ਸੁਣਾ ਰਹੇ ਸਨ। ਕਹਿੰਦੇ ਕੋਈ ਮਹਾਤਮਾ ਸਨ, ਬਾਹਰ ਕੁਟੀਆ ਸੀ ਜੰਗਲ ਵਿੱਚ, ਉੱਥੇ ਆਪਣੀ ਮੌਜ ਵਿੱਚ ਰਹਿੰਦੇ, ਭਜਨ ਕਰਦੇ। ਕਿ ਜੰਗਲਾਂ ਦਾ ਜਿਹੜਾ ਕੰਦ ਮੂਲ ਖਾ ਕਰਕੇ ਗੁਜ਼ਾਰਾ ਕਰਦੇ। ਇੱਕ ਦਿਨ ਕਹਿੰਦੇ ਤੁਰੇ ਜਾ ਰਹੇ ਸਨ, ਇੱਕ ਪਿੱਪਲ ਦਾ ਦਰਖਤ ਦੇਖਿਆ ਜੋ ਪਾਣੀ ਦੇ ਕਿਨਾਰੇ ਖੜਾ ਸੀ, ਪਰ ਸੁੱਕਿਆ ਹੋਇਆ ਸੀ। ਸੋਚਣ ਲੱਗੇ ਕਿਉਂ ਸੁੱਕ ਗਿਆ ਪਾਣੀ ਦੇ ਕਿਨਾਰੇ ਖਲੋਤਾ।
ਸੋਚਦੇ ਹਨ ਨਹੀਂ ਸੀ ਸੁੱਕਣਾ ਚਾਹੀਦਾ। ਇਹਦੇ ਸੁੱਕਣ ਦਾ ਕਾਰਨ ਕੀ ਹੈ? ਕਹਿੰਦੇ ਮਨ ਵਿੱਚ ਖਿਆਲ ਆਇਆ, ਦੇਖੀਏ ਅੰਤਰ ਧਿਆਨ ਹੋ ਕੇ ਦੇਖਿਆ ਤਾਂ ਉੱਤੇ ਇੱਕ ਆਲਣਾ ਨਜ਼ਰ ਆਇਆ। ਉਸ ਆਲਣੇ ਦੇ ਵਿੱਚ ਇੱਕ ਹੱਡੀ ਪਈ ਸੀ ਤੇ ਮਹਾਂਪੁਰਖਾਂ ਨੂੰ ਪਤਾ ਲੱਗਿਆ ਕਿਸੇ ਅਕਿਰਤ ਕਣ ਦੀ ਹੱਡੀ ਹੈ ਜਿਸ ਨੇ ਨਦੀ ਦੇ ਕਿਨਾਰੇ ਖੜੇ ਹੋਏ ਪਿੱਪਲ ਨੂੰ ਸੁਕਾ ਦਿੱਤਾ। ਮਹਾਂਪੁਰਖ ਚੜ ਗਏ ਉਹਦੇ ਤੇ, ਉਹ ਹੱਡੀ ਚੁੱਕ ਲਿਆਂਦੀ, ਚੁੱਕ ਕੇ ਉਹਨੂੰ ਪੀਸ ਲਿਆ ਬਰੀਕ ਤੇ ਪੁੜੀ ਬੰਨ ਕੇ ਨਾ ਆਪਣੇ ਆਸਣ ਦੇ ਥੱਲੇ ਰੱਖ ਲਿਆ। ਪਈ ਰਹੀ। ਉੱਥੇ ਇੱਕ ਰਾਜਾ ਕਿਤੇ ਕਿਤਾਈ ਆਉਂਦਾ ਹੁੰਦਾ ਸੀ, ਨਾਲ ਉਹਦੀ ਲੜਕੀ ਆਉਂਦੀ ਤੇ ਮਹਾਂਪੁਰਖਾਂ ਕੋਲੇ ਜੋ ਜੰਗਲ ਦਾ ਕੋਈ ਫਲ ਹੁੰਦਾ ਉਹ ਲੜਕੀ ਨੂੰ ਦੇ ਦਿੰਦੇ, ਰਾਜੇ ਨੂੰ ਵੀ ਪ੍ਰਸ਼ਾਦ ਵਜੋਂ ਦੇ ਦਿੰਦੇ। ਅੱਜ ਜਦੋਂ ਆਏ ਤੇ ਮਹਾਂਪੁਰਖ ਸੈਰ ਕਰਨ ਗਏ ਸਨ। ਬਹੁਤ ਚਿਰ ਉਡੀਕਦੇ ਰਹੇ ਰਾਜਾ ਤੇ ਰਾਜੇ ਦੀ ਲੜਕੀ, ਪਰ ਮਹਾਂਪੁਰਖ ਨਾ ਆਏ। ਜਦੋਂ ਬਹੁਤੇ ਟਾਈਮ ਬਾਅਦ ਚੱਲਣ ਲੱਗੇ, ਲੜਕੀ ਕਹਿਣ ਲੱਗੀ, ਪਿਤਾ ਜੀ ਮਹਾਂਪੁਰਖ ਕੋਈ ਨਾ ਕੋਈ ਪ੍ਰਸ਼ਾਦ ਦਿੰਦੇ ਹੁੰਦੇ ਸਨ, ਆਪਾਂ ਆਪ ਹੀ ਵੇਖ ਲਈਏ, ਕੁਛ ਨਾ ਕੁਛ ਪਿਆ ਹੋਏਗਾ। ਜਦੋਂ ਕਹਿੰਦੇ ਉਹਨੇ ਦੇਖਿਆ ਤੇ ਉਹ ਥੱਲਿਓਂ ਪੁੜੀ ਨਿਕਲ ਆਈ। ਉਹਨੇ ਪੁੜੀ ਚੁੱਕ ਕੇ ਥੋੜੀ ਜਿਹੀ ਮੂੰਹ ਵਿੱਚ ਪਾਈ, ਸੀਤਾ ਹੱਡੀ। ਪਰ ਉਹਦੇ ਤੋਂ ਕਾਰਨ ਕੀ ਬਣਿਆ? ਜਿਵੇਂ ਮਹਾਂਪੁਰਖਾਂ ਨੇ ਗੱਲ ਸੁਣਾਈ, ਮੈਂ ਉਵੇਂ ਆਪ ਜੀ ਨੂੰ ਸੁਣਾ ਰਿਹਾ। ਲੜਕੀ ਦੇ ਹਾਵ ਭਾਵ ਐਵੇਂ ਹੋ ਗਏ ਜਿਵੇਂ ਕੋਈ ਲੜਕੀ ਮਾਂ ਬਣਨ ਵਾਲੀ ਹੁੰਦੀ। ਰਾਜੇ ਨੂੰ ਜਦੋਂ ਧਿਆਨ ਆਇਆ ਵੀ ਇਹ ਕੀ ਹੋ ਗਿਆ, ਲੜਕੀ ਤਾਂ ਕਿਤੇ ਇਕੱਲੀ ਜਾਂਦੀ ਨਹੀਂ, ਜੇ ਜਾਂਦੀ ਹੈ ਤਾਂ ਉੱਥੇ ਮਹਾਂਪੁਰਖਾਂ ਦੇ ਡੇਰੇ ਜਾਂਦੀ ਹੈ। ਤੇ ਮਨ ਵਿੱਚ ਸ਼ੱਕ ਪੈਦਾ ਹੋਇਆ। ਰਾਜੇ ਨੇ ਸੋਚਿਆ ਨਹੀਂ, ਵਿਚਾਰਿਆ ਨਹੀਂ, ਆਇਆ ਤੇ ਮਹਾਂਪੁਰਖਾਂ ਨੂੰ ਲੱਤਾਂ ਨਾਲ, ਮੁੱਕਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਮਹਾਂਪੁਰਖ ਕਹਿੰਦੇ ਰਹੇ, ਰਾਜਨ ਕਿਉਂ ਕੁੱਟ ਰਹੇ? ਪਰ ਉਹ ਕੁੱਟਣੋਂ ਜਦੋਂ ਨਾ ਹਟਿਆ ਤਾਂ ਮਹਾਂਪੁਰਖਾਂ ਦੇ ਮੂੰਹੋਂ ਨਿਕਲ ਗਿਆ, ਤੇਰਾ ਰਾਜ ਦਾ ਨਸ਼ਟ ਹੋ ਜਾਏ ਇਹੋ ਜਿਹੇ। ਹੁਣ ਇਹਦੇ ਤੋਂ ਜਿਹੜਾ ਭਾਵ ਲੈਣਾ ਉਹ ਇਹ ਹੈ, ਇੱਕ ਅਕਿਰਤ ਕਣ ਦੀ ਛੋਟੀ ਜਿਹੀ ਹੱਡੀ ਨੇ ਨਦੀ ਦੇ ਕਿਨਾਰੇ ਖੜੇ ਹੋਏ ਪਿੱਪਲ ਨੂੰ ਸੁਕਾ ਦਿੱਤਾ। ਜਿਹੜੀ ਇੱਕ ਚੰਗੇ ਸੁਭਾਅ ਵਾਲੀ ਲੜਕੀ ਸੀ ਉਹਨੂੰ ਕਲੰਕਿਤ ਕਰ ਦਿੱਤਾ। ਤੇ ਜਿਹੜੇ ਮਹਾਂਪੁਰਖ ਭਜਨ ਕਰਨ ਵਾਲੇ ਸਨ, ਬੰਦਗੀ ਕਰਨ ਵਾਲੇ ਬੇਦਰਾਸ਼ੀਆਂ ਨੂੰ ਕੁੱਟ ਪਵਾ ਦਿੱਤੀ ਤੇ ਰਾਜੇ ਦਾ ਰਾਜ ਨਸ਼ਟ ਕਰਾ ਦਿੱਤਾ ਇੱਕ ਛੋਟੀ ਜਿਹੀ ਹੱਡੀ ਨੇ। ਤੇ ਜੇ ਸੱਜਣੋਂ ਕਿਤੇ ਸਾਬਤਾ ਹੀ ਅਕਿਰਤ ਕਣ ਮਿਲ ਜਾਏ ਫਿਰ ਤਾਂ ਬਚਨ ਦੀ ਕੋਈ ਉਮੀਦ ਨਹੀਂ ਨਾ। ਤੇ ਧਰਤੀ ਨੇ ਆਖਿਆ, ਪਾਤਸ਼ਾਹ ਨਦਰੀ ਪਵੇ ਅਕਿਰਤ ਕਣ, ਭਾਰੇ ਭੁਈ ਅਕਿਰਤ ਕਣ ਮੰਦੀ ਹੂੰ ਮੰਦੇ। ਮੇਰੇ ਤੇ ਅਕਿਰਤ ਕਣਾਂ ਦਾ ਭਾਰ ਹੈ, ਇਹ ਕਿਰਪਾ ਕਰਕੇ ਮੇਰਾ ਉਤਾਰ ਦਿਓ ਤਾਂ ਮੈਂ ਜਿਉਂਦੀ ਰਹਿ ਸਕਦੀ ਹਾਂ, ਨਹੀਂ ਤਾਂ ਮੇਰੀ ਬਹੁਤ ਬੁਰੀ ਹਾਲਤ ਹੈ। ਭਗਵਾਨ ਨੇ ਆਖਿਆ, ਕੋਈ ਗੱਲ ਨਹੀਂ, ਤੂੰ ਪਹਿਲਾਂ ਵੀ ਆਈ ਸੀ, ਉਦੋਂ ਮੈਂ ਰਾਮਚੰਦਰ ਨੂੰ ਭੇਜਿਆ ਸੀ ਤੇਰੇ ਕੋਲੇ ਤੇਰਾ ਭਾਰ ਵੰਡਾਉਣ ਵਾਸਤੇ। ਫਿਰ ਤੂੰ ਦੁਬਾਰਾ ਆਈ, ਉਦੋਂ ਮੈਂ ਕ੍ਰਿਸ਼ਨ ਜੀ ਨੂੰ ਭੇਜਿਆ ਤੇ ਹੁਣ ਵੀ ਕੋਈ ਨਾ ਕੋਈ ਤੇਰੇ ਕੋਲੇ ਭੇਜਾਂਗੇ। ਧਰਤੀ ਕਹਿਣ ਲੱਗੀ, ਮੇਰੀ ਬੇਨਤੀ ਹੈ ਐਤਕੀ ਨਾ ਕਿਸੇ ਨੂੰ ਭੇਜਿਓ। ਕਹਿਣ ਲੱਗੇ, ਕਿਉਂ? ਐਤਕੀ ਤਾਂ ਆਪ ਹੀ ਆਇਓ, ਭਾਰੀ ਇੰਨਾ ਹੋ ਚੁੱਕਿਆ ਹੈ, ਤੁਹਾਡੇ ਬਿਨਾਂ ਨਹੀਂ ਇਹ ਉਤਰੇਗਾ। ਵੈਸੇ ਵੀ ਦੁਨੀਆ ਦਾ ਸਿਧਾਂਤ ਹੈ, ਜਿਹੜਾ ਕੋਈ ਚੱਕਰਵਰਤੀ ਰਾਜਾ ਹੁੰਦਾ ਨਾ ਦੁਨੀਆ ਦਾ, ਤੇ ਜਦੋਂ ਕਿਤੇ ਬਗਾਵਤ ਹੁੰਦੀ ਹੈ ਆਪਣੇ ਕਿਸੇ ਸੂਰਮੇ ਨੂੰ ਭੇਜ ਦਿੰਦੇ, ਤੇ ਜੇ ਸਾਰੇ ਦੇਸ਼ ਵਿੱਚ ਹੀ ਬਗਾਵਤ ਹੋ ਜਾਏ ਫਿਰ ਚੱਕਰਵਰਤੀ ਬਾਦਸ਼ਾਹ ਆਪ ਹੀ ਜਾਂਦਾ। ਇਵੇਂ ਅਕਾਲ ਪੁਰਖ ਵਾਹਿਗੁਰੂ ਸਾਰੀ ਦੁਨੀਆ ਦੇ ਪਾਤਸ਼ਾਹ ਹਨ। ਉਸ ਟਾਈਮ ਧਰਤੀ ਨੂੰ ਕਹਿ ਦਿੱਤਾ, ਚੰਗਾ ਧਰਤੀ ਹੁਣ ਅਸੀਂ ਆਪ ਆਵਾਂਗੇ, ਹੁਣ ਨਹੀਂ ਕਿਸੇ ਨੂੰ ਭੇਜਾਂਗੇ। ਤੇ ਬਾਣੀ ਵਿੱਚ ਸ਼ਬਦ ਵੀ ਆਇਆ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਹੀ ਆਪ ਆਕਾਰ ਬਣਾ ਕੇ ਧੰਨ ਗੁਰੂ ਨਾਨਕ ਦੇਵ ਜੀ ਦਾ ਰੂਪ ਲੈ ਕੇ ਸੰਸਾਰ ਉੱਤੇ ਆਏ ਹਨ। ਕਹਿੰਦੇ ਜਦੋਂ ਇਹ ਬਚਨ ਕਹਿ ਦਿੱਤਾ ਅਕਾਲ ਪੁਰਖ ਨੇ, ਆਪ ਆਵਾਂਗੇ, ਇਹ ਧਰਤੀ ਫਿਰ ਉਵੇਂ ਖਲੋਤੀ ਰਹੀ। ਕਹਿੰਦੇ ਹੁਣ ਤਾਂ ਚਲੀ ਜਾ, ਹੁਣ ਤੈਨੂੰ ਕਹਿ ਦਿੱਤਾ। ਕਹਿਣ ਲੱਗੀ, ਜੀ ਇੱਕ ਬੇਨਤੀ ਮੈਂ ਹੋਰ ਕਰਨੀ ਹੈ। ਕਹਿਣ ਲੱਗੇ, ਦੱਸ। ਕਹਿਣ ਲੱਗੀ, ਹੁਣ ਜਦੋਂ ਆਓਗੇ ਨਾ ਉਦੋਂ ਬਾਅਦ ਵਾਪਸ ਨਾ ਆਇਓ, ਉੱਥੇ ਹੀ ਰਿਓ।
ਤਾਂ ਅਕਾਲ ਪੁਰਖ ਨੇ ਆਖਿਆ ਚੰਗਾ, ਫਿਰ ਤੇਰੇ ਕੋਲ ਹੀ ਰਵਾਂਗੇ। ਨਿਰੰਕਾਰ ਦਾ ਰੂਪ ਧੰਨ ਗੁਰੂ ਨਾਨਕ ਦੇਵ ਜੀ ਜਗਤ ਵਿੱਚ ਆਏ, 10 ਜਾਮੇ ਧਾਰਨ ਕੀਤੇ ਤੇ ਧਰਤੀ ਦੇ ਮੰਗੇ ਹੋਏ ਵਾਰ ਅਨੁਸਾਰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਆਪਣੇ ਕੋਲੇ ਬਿਰਾਜਮਾਨ ਹਨ। ਸਦੀਵ ਕਾਲ ਵਾਸਤੇ ਜਿਹਨੂੰ ਆਪਾਂ ਕਹਿੰਦੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਧਰਤੀ ਨੇ ਵਰ ਮੰਗਿਆ ਤਾਂ ਇੱਥੇ ਇਹ ਨਿਰੰਕਾਰ ਦਾ ਸਰੂਪ ਹਨ ਸਤਿਗੁਰੂ ਜੀ। ਬਾਣੀ ਵਿੱਚ ਸ਼ਬਦ ਆਉਂਦੇ ਨੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਨਾ, ਸਤਿਗੁਰਾਂ ਦਾ ਰੂਪ ਹੀ ਹੈ। ਸਤਿਗੁਰੂ ਜੀ ਕਿਤੇ ਗਏ ਨਹੀਂ, ਬਾਣੀ ਰੂਪ ਹੋ ਕੇ ਸਾਡੇ ਵਿੱਚ ਹੀ ਬਿਰਾਜਮਾਨ ਹਨ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ। ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਮਨਾ ਰਹੇ ਹਾਂ। ਆਓ ਉਹਨਾਂ ਦੇ ਸੰਬੰਧ ਵਿੱਚ ਕੁਝ ਕੁ ਬਚਨ ਕਹਿ ਕੇ ਮੈਂ ਆਪ ਜੀ ਤੋਂ ਖਿਮਾ ਮੰਗਾਂਗਾ। ਮੈਨੂੰ ਅੱਧੇ ਘੰਟੇ ਦਾ ਹੁਕਮ ਹੋਇਆ, ਯਤਨ ਕਰਾਂਗਾ ਕਿ ਅੱਧੇ ਘੰਟੇ ਵਿੱਚ ਮੈਂ ਆਪਣੀ ਗੱਲ ਵੀ ਪੂਰੀ ਕਰ ਲਵਾਂ। ਭਾਈ ਗੁਰਦਾਸ ਜੀ ਲਿਖਦੇ ਨੇ, ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੇ ਤੱਕ ਆਏ। 9 ਖੰਡਾਂ ਤੱਕ ਸਤਿਗੁਰਾਂ ਨੇ ਦੇਖਿਆ, ਜਿੱਥੋਂ ਤੱਕ ਧਰਤੀ ਸੀ ਧਰਤੀ ਦੀ ਹਾਲਤ ਦੇਖੀ। ਦੇਖਦਿਆਂ ਹੋਇਆਂ ਉਦਾਸੀਆਂ ਧਾਰਨ ਕੀਤੀਆਂ ਤੇ ਇੱਕ ਉਦਾਸੀ ਵਿੱਚ ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਨਦਰੀ ਆਈ। ਸੁਮੇਰ ਪਰਬਤ ਉੱਤੇ ਚੜ ਗਏ ਤੇ ਸਿੱਧਾਂ ਦੀ ਮੰਡਲੀ ਉੱਥੇ ਸਤਿਗੁਰਾਂ ਨੂੰ ਮਿਲੀ। ਪੁਰਾਤਨ ਧਰਮ ਸਾਖੀ ਪੜ੍ਹੀਏ ਤਾਂ ਭਰਥਰੀ ਜਿਹੜਾ ਜੋਗੀ ਸੀ ਨਾ, ਉਹਦੀ 1500 ਸਾਲ ਉਮਰ ਸੀ। ਉਜੈਨ ਦਾ ਰਾਜਾ ਸੀ ਤੇ ਬਿਕਰਮਾਜੀਤ ਜਿਹੜਾ ਰਾਜਾ, ਜਿਹੜਾ ਬਿਕਰਮੀ ਸੰਮਤ ਚੱਲ ਰਿਹਾ ਨਾ ਹੁਣ, ਇਹਦਾ ਵੱਡਾ ਭਾਈ ਸੀ। ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਉਮਰ ਸੀ ਕੇਵਲ 45 ਸਾਲ। ਤੇ ਇਹਨਾਂ ਨੂੰ ਫਿਰ ਬਾਲਾ ਕਹਿ ਕੇ ਉਹਨਾਂ ਨੇ ਵਰਣਨ ਕੀਤਾ। ਫਿਰ ਪੁੱਛਣ ਸਿੱਧ ਬਾਲਿਆ, ਕਮਣ ਸ਼ਕਤ ਤੁਧ ਇੱਥੇ ਲਿਆਈ, ਕਿਹੜੀ ਸ਼ਕਤੀ ਨਾਲ ਆ ਗਿਆ ਇੱਥੇ? ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਜਵਾਬ ਦਿੱਤਾ, ਭਾਈ ਗੁਰਦਾਸ ਜੀ ਕਹਿੰਦੇ ਨੇ, ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਪਰਮੇਸ਼ਰ ਦਾ ਨਾਮ ਜਪਿਆ, ਉਹਦੇ ਵਿੱਚ ਸਮਾਧੀ ਲਾਈ ਤੇ ਤੁਹਾਡੇ ਕੋਲੇ ਪਹੁੰਚ ਗਏ। ਹੁਣ ਸਿੱਧਾਂ ਨੇ ਮਨ ਵਿੱਚ ਖਿਆਲ ਕੀਤਾ ਕਿ ਕੌਣ ਹੈ, ਪੁੱਛੀਏ ਤਾਂ ਸਹੀ। ਪੁੱਛਦੇ ਹਨ। ਫਿਰ ਪੁੱਛਣ ਸਿੱਧ ਬਾਲਿਆ, ਆਪਣਾ ਨਾਮ ਤੁਮ ਦੇਹੋ ਬਤਾਏ, ਤੁਹਾਡਾ ਨਾਮ ਦੱਸੋ ਕੀ ਹੈ? ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਣਾ ਨਾਮ ਦੱਸਿਆ ਨਾ, ਸਾਡਾ ਨਾਮ ਨਾਨਕ ਹੈ, ਉਸੇ ਟਾਈਮ ਸਿੱਧਾਂ ਦੇ ਮਨ ਵਿੱਚ ਆ ਗਿਆ, ਉਹੀ ਹਨ ਜਿਹੜਾ 18 ਪੁਰਾਣਾਂ ਵਿੱਚੋਂ ਇੱਕ ਭਵਿੱਖਤ ਪੁਰਾਣ ਹੈ ਨਾ, ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਜਦੋਂ ਘੋਰ ਕਲਯੁਗ ਹੋਏਗਾ, ਉਦੋਂ ਧੰਨ ਗੁਰੂ ਨਾਨਕ ਦੇਵ ਜੀ ਜਗਤ ਨੂੰ ਤਾਰਨ ਵਾਸਤੇ ਆਪ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਆਉਣਗੇ। ਤੇ ਹੁਣ ਮਨ ਵਿੱਚ ਖਿਆਲ ਆਇਆ ਕਿ ਇਹਨਾਂ ਨੂੰ ਆਪਣਾ ਹੁਣ ਚੇਲਾ ਬਣਾ ਲਈਏ। ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਦਰਸ਼ਨ ਭੇਖ ਨੂੰ ਕਹਿੰਦੇ ਨੇ, ਸਾਡੇ ਭੇਖ ਨੂੰ ਕਿਵੇਂ ਧਾਰਨ ਕਰੇ? ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਕਹਿੰਦੇ ਸਾਡੇ ਜੋਗ ਮਤ ਨੂੰ 4 ਚੰਨ ਲਾ ਦੇਗਾ ਸਾਰੀ ਦੁਨੀਆ ਵਿੱਚ, ਜੇ ਜੋਗੀ ਬਣ ਜਾਏ। ਫਿਰ ਕਹਿੰਦੇ ਸਿੱਧਾਂ ਨੇ ਇੱਕ ਜੁਗਤੀ ਵਰਤੀ। ਜੁਗਤੀ ਕੀ ਵਰਤੀ? ਚਿੱਪੀ ਦਿੱਤੀ ਨਾਥ ਜੀ ਪਾਣੀ ਭਰ ਲੈਵਣ ਉੱਠ ਚੱਲਾ। ਇੱਕ ਚਿੱਪੀ ਫੜਾ ਦਿੱਤੀ, ਕਹਿਣ ਲੱਗੇ ਜਾ ਤਲਾਅ ਤੋਂ ਪਾਣੀ ਲਿਆ ਭਰ ਕੇ। ਸਤਿਗੁਰੂ ਜੀ ਪਾਣੀ ਭਰਨ ਜਦੋਂ ਚੱਲੇ ਹਨ, ਸਿੱਧਾਂ ਨੇ ਆਪਣੀ ਰਿੱਧੀਆਂ ਸਿੱਧੀਆਂ ਦੇ ਬਲ ਨਾਲ ਰਸਤੇ ਵਿੱਚ ਕੀ ਕੀਤਾ? ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵੇਹਰ ਲਾਲਾ। ਰਤਨ ਖਿਲਾਰ ਦਿੱਤੇ, ਜਵਾਹਰ ਖਿਲਾਰ ਦਿੱਤੇ, ਲਾਲ ਖਿਲਾਰ ਦਿੱਤੇ, ਹੀਰੇ ਖਿਲਾਰ ਦਿੱਤੇ। ਤੇ ਧੰਨ ਗੁਰੂ ਨਾਨਕ ਦੇਵ ਜੀ ਜਦੋਂ ਪਹੁੰਚੇ, ਤਲਾਅ ਵੀ ਭਰਿਆ ਪਿਆ ਹੀਰੇ ਜਵਾਹਰਾਂ ਨਾਲ। ਤੇ ਸਤਿਗੁਰੂ ਜੀ ਜਦੋਂ ਮੁੜੇ, ਬੋਲੇ ਆਇਆ ਗੁਰਨਾਥ ਜੀ ਪਾਣੀ ਛੋੜ ਨਹੀਂ ਤਿਤ ਤਾਲਾ। ਉਸ ਤਾਲ ਵਿੱਚ ਪਾਣੀ ਨਹੀਂ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਿੱਧਾਂ ਦੇ ਮਨ ਵਿੱਚ ਖਿਆਲ ਸੀ ਹੀਰਿਆਂ ਨੂੰ ਜਵਾਹਰਾਂ ਨੂੰ ਵੇਖ ਕੇ ਲੋਭਾਇਮਾਨ ਹੋ ਜਾਏਗਾ। ਪਰ ਭਾਈ ਸਾਹਿਬ ਕਹਿੰਦੇ ਨੇ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਚੱਲੇ ਗੁਰ ਦੀ ਚਾਲ। ਉਹ ਤਾਂ ਅਗਮ ਅਗਾਧ ਪੁਰਖ ਸਨ, ਉਹਨਾਂ ਨੂੰ ਹੀਰੇ ਜਵਾਹਰ ਕੀ ਕਰ ਸਕਦੇ ਸਨ। ਜਦੋਂ ਆਏ ਕਹਿਣ ਲੱਗੇ ਉੱਥੇ ਪਾਣੀ ਨਹੀਂ।
ਕਹਿਣ ਲੱਗੇ ਜੇ ਪਾਣੀ ਨਹੀਂ ਤੇ ਕੁਝ ਹੋਰ ਹੋਵੇਗਾ। ਸਤਿਗੁਰੂ ਜੀ ਕਹਿਣ ਲੱਗੇ ਹਾਂ, ਰੋੜ ਕੰਕਰ ਠਿਕਰੀਆਂ ਵੱਟੀਆਂ ਖਿਲਰੀਆਂ ਪਈਆਂ ਸਨ ਉੱਥੇ ਬਹੁਤ। ਸਿੱਧ ਕਹਿਣ ਲੱਗੇ ਉਹ ਰੋੜ ਕੰਕਰ ਨਹੀਂ, ਉਹ ਤਾਂ ਹੀਰੇ ਜਵਾਹਰ ਲਾਲ ਸਨ, ਬੜੇ ਕੀਮਤੀ ਹਨ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਕੀਮਤੀ ਹਨ, ਪਰ ਮੈਂ ਤਾਂ ਇਹੋ ਕਹਿੰਦਾ ਪਾਣੀ ਕੀਮਤੀ ਹੈ। ਸਿੱਧ ਕਹਿਣ ਲੱਗੇ ਨਹੀਂ, ਪਾਣੀ ਨਾਲੋਂ ਬਹੁਤੇ ਕੀਮਤੀ ਹਨ। ਸਤਿਗੁਰੂ ਜੀ ਕਹਿਣ ਲੱਗੇ ਸਿੱਧੋ, ਜਦੋਂ ਕੋਈ ਬੰਦਾ ਮਰਦਾ ਹੋਵੇ, ਮੰਨ ਲਓ ਤੁਹਾਡੇ ਵਿੱਚੋਂ ਹੀ ਕੋਈ ਮਰ ਰਿਹਾ ਹੋਵੇ, ਉਹਦੇ ਮੂੰਹ ਵਿੱਚ ਤੁਸੀਂ ਲਾਲ ਪਾਓਗੇ ਕਿ ਪਾਣੀ ਪਾਓਗੇ? ਸਿੱਧ ਕਹਿਣ ਲੱਗੇ ਜੀ ਪਾਉਣਾ ਤਾਂ ਪਾਣੀ ਪਵੇਗਾ। ਸਤਿਗੁਰੂ ਜੀ ਕਹਿਣ ਲੱਗੇ ਫਿਰ ਪਾਣੀ ਵੱਡਾ ਹੋਇਆ, ਪਾਣੀ ਕੀਮਤੀ ਹੈ, ਜੇ ਮੂੰਹ ਵਿੱਚ ਪਾ ਦਈਏ ਤੇ ਬੰਦੇ ਨੂੰ ਜੀਵਨ ਦਾਨ ਦੇ ਦਿੰਦਾ। ਸਤਿਗੁਰਾਂ ਨੇ ਇਹ ਬਚਨ ਵੀ ਕਹੇ ਹਨ, ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਈ। ਇਉਂ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਿਰਾਲਾ। ਸ਼ਬਦ ਦੀ ਤਾਕਤ ਨਾਲ ਸਿੱਧਾਂ ਦੀ ਮੰਡਲੀ ਨੂੰ ਸਤਿਗੁਰਾਂ ਨੇ ਜਿੱਤ ਲੈਣਾ ਕੀਤਾ। ਤੇ ਜਦੋਂ ਉਹਨਾਂ ਨੇ ਪੁੱਛਿਆ ਸਾਡਾ ਮਤ ਹੈ ਜੋਗ, ਇਹਦੇ ਵਿੱਚ 12 ਪੰਥ ਹਨ, ਇਹਦੇ ਵਿੱਚੋਂ ਮੁਖੀ ਪੰਥ ਹੈ ਆਈ, ਤੇ ਤੁਹਾਡਾ ਦੱਸੋ ਕਿਹੜਾ ਪੰਥ ਹੈ? ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਆਖਿਆ ਕੀਤੋ ਸੋ ਆਪਣਾ ਪੰਥ ਨਿਰਾਲਾ। ਸਾਡਾ ਤਾਂ ਇਹਨਾਂ ਨਾਲੋਂ ਨਿਰਾਲਾ ਪੰਥ ਹੈ, ਵੱਖਰਾ ਪੰਥ ਹੈ। ਅਸੀਂ ਕਿਸੇ ਜੋਗ ਮਤ ਨੂੰ ਜਾਂ ਹੋਰ ਕਿਸੇ ਮਤ ਨੂੰ ਨਹੀਂ ਮੰਨਦੇ, ਸਾਡਾ ਤਾਂ ਪੰਥ ਹੀ ਵੱਖਰਾ ਹੈ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਹੈ। ਹੁਣ ਨਿਰਮਲ ਪੰਥ ਦੀ ਆਪਾਂ ਗੱਲ ਕਰੀਏ ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਜਿਹੜਾ ਆਪਾਂ ਬੈਠੇ ਹਾਂ ਨਾ, ਇਹ ਨਿਰਾਲਾ ਪੰਥ ਚਲਾਇਆ। ਨਾ ਅਸੀਂ ਹਿੰਦੂਆਂ ਵਿੱਚ ਹਾਂ ਨਾ ਮੁਸਲਮਾਨਾਂ ਵਿੱਚ ਹਾਂ, ਇਹ ਧੰਨ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਪੰਥ, ਜਿਹਦੇ ਵਿੱਚ ਆਪਾਂ ਸਾਰੇ ਉਹਨਾਂ ਦੀ ਬਰਕਤ ਦਾ ਅੱਜ ਆਨੰਦ ਮਾਣ ਰਹੇ ਹਾਂ। ਹੁਣ ਜਿਹੜਾ ਨਿਰਾਲਾ ਪੰਥ ਹੋਵੇ, ਉਹਦੇ ਕਾਨੂੰਨ, ਉਹਦੇ ਅਸੂਲ ਵੀ ਤਾਂ ਨਿਰਾਲੇ ਚਾਹੀਦੇ ਨੇ ਨਾ। ਪਹਿਲੇ ਨੰਬਰ ਤੇ ਨਿਰਾਲੇ ਪੰਥ ਦੀ ਲਿਪੀ ਆਪਣੀ ਹੋਣੀ ਚਾਹੀਦੀ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਨੇ 5 ਸਾਲ ਦੀ ਉਮਰ ਵਿੱਚ ਇਹ ਲਿਪੀ ਉਚਾਰਨ ਕੀਤੀ ਹੈ। ਦੁਨੀਆ ਦਾ ਕੋਈ ਰਹਿਬਰ ਐਸਾ ਨਹੀਂ ਹੋਇਆ ਜਿਹਨੇ 5 ਸਾਲ ਦੀ ਉਮਰ ਵਿੱਚ ਆਪਣੀ ਅੰਸ਼ ਬੰਸ ਵਾਸਤੇ, ਆਪਣੇ ਪੰਥ ਵਾਸਤੇ ਕੋਈ ਲਿਪੀ ਉਚਾਰਨ ਕੀਤੀ ਹੋਵੇ। ਪਾਂਦੇ ਕੋਲ ਸਤਿਗੁਰੂ ਜੀ ਗਏ ਹਨ ਪੜਨ। ਬਾਬਾ ਕਾਲੂ ਜੀ ਮਾਇਆ ਲੈ ਕੇ, ਥਾਲੀ ਵਿੱਚ ਮਠਿਆਈ ਲੈ ਕੇ ਗਏ ਹਨ। ਆਂਦਾ ਬਹੁਤ ਖੁਸ਼ ਹੋਇਆ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪੜ੍ਹਾਉਣ ਲੱਗਿਆ। ਸਤਿਗੁਰੂ ਜੀ ਤਾਂ ਹੁਣ ਅੱਗੇ ਹੀ ਸਾਰਾ ਕੁਝ ਜਾਣਦੇ ਸਨ, ਬਹੁਤ ਗ੍ਰਹਿਣ ਕੀਤਾ, ਜਿਵੇਂ ਦੱਸਦੇ ਸਨ, ਚੇਤੇ ਕਰ ਲਿਆ। ਅਗਲੇ ਦਿਨ ਜਦੋਂ ਬੋਲਣ ਲੱਗਾ ਪਾਂਦਾ, ਸਤਿਗੁਰੂ ਜੀ ਜਦੋਂ ਪੜ੍ਹਾਉਣ ਲੱਗੇ ਨਾ, ਕਹਿਣ ਲੱਗੇ ਆਖੋ ਅਲਫ। ਸਤਿਗੁਰੂ ਜੀ ਕਹਿਣ ਲੱਗੇ ਅਲਫ ਦੇ ਅਰਥ ਵੀ ਜਾਣਦੇ, ਕੀ ਭਾਵ ਹੈ? ਹੈਰਾਨ ਹੋ ਗਿਆ ਪਾਂਦਾ ਵੀ ਅੱਜ ਤੱਕ ਏਡੇ ਕੁ ਬੱਚੇ ਨੇ ਕਦੇ ਕੋਈ ਇਹੋ ਜਿਹਾ ਸਵਾਲ ਹੀ ਨਹੀਂ ਕੀਤਾ। ਹੈਰਾਨ ਹੋ ਕੇ ਪੁੱਛਦਾ ਹੈ ਕਿ ਮੈਨੂੰ ਅਰਥਾਂ ਦਾ ਤਾਂ ਪਤਾ ਨਹੀਂ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਜਿਹੜੀ ਆਸਾ ਰਾਗ ਵਿੱਚ ਪੱਟੀ ਨਾਮ ਦੀ ਬਾਣੀ ਹੈ, ਆਸਾ ਮਹੱਲਾ ਪਹਿਲਾ ਪੱਟੀ ਲਿਖੀ, ਉਹਦੇ ਵਿੱਚ ਇਹ ਗੁਰਮੁਖੀ ਅੱਖਰ ਲਿਖਦੇ ਹਨ। ਸੱਸੇ ਤੋਂ ਆਰੰਭ ਕਰਦੇ ਹਨ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਫਿਰ ਊੜੇ ਦੁਆਰਾ ਕਹਿੰਦੇ ਨੇ, ਊੜੇ ਉਪਮਾ ਤਾਕੀ ਕੀਜੈ ਜਾਕਾ ਅੰਤ ਨਾ ਪਾਇਆ। ਇਉਂ 35 ਅੱਖਰ ਸਤਿਗੁਰਾਂ ਨੇ 5 ਸਾਲ ਦੀ ਉਮਰ ਵਿੱਚ ਉਚਾਰਨ ਕੀਤੇ। ਸਾਨੂੰ ਨਿਰਾਲੇ ਪੰਥ ਦਾ ਪਹਿਲਾ ਸਿਧਾਂਤ, ਪਹਿਲਾ ਅਸੂਲ ਧੰਨ ਗੁਰੂ ਨਾਨਕ ਦੇਵ ਜੀ ਨੇ 5 ਸਾਲ ਦੀ ਵਿੱਚ ਬਣਾ ਕੇ ਦਿੱਤਾ। 5 ਸਾਲ ਦੀ ਉਮਰ ਵਿੱਚ। ਦੂਜਾ ਅਸੂਲ ਜਿਹੜਾ ਸਾਡੇ ਉੱਤੇ ਯਾਲ ਪਿਆ ਹੋਇਆ ਸੀ ਨਾ ਬ੍ਰਾਹਮਣਾਂ ਦਾ, ਜਨੇਊ ਪਾਉਣਾ ਆਦਿਕ, ਚੋਟੀ ਬੋਦੀ ਆਦਿਕ ਰੱਖਣੀ, 9 ਸਾਲ ਦੀ ਉਮਰ ਵਿੱਚ ਇਹਦਾ ਜੂੜਾ ਲਾ ਦਿੱਤਾ। ਜਦੋਂ ਸਤਿਗੁਰਾਂ ਨੂੰ ਜਨੇਊ ਪਾਉਣ ਲੱਗੇ, ਸਤਿਗੁਰਾਂ ਨੇ ਆਖਿਆ ਇਹ ਧਾਗੇ ਦਾ ਜਨੇਊ ਅਸੀਂ ਨਹੀਂ ਪਾਉਣਾ। ਕਹਿਣ ਲੱਗੇ ਫੇਰ ਆਸਾ ਰਾਗ ਵਿੱਚ ਪੜ੍ਹਦੇ ਹੋ, ਆਸਾ ਦੀ ਵਾਰ ਵਿੱਚ, ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੇ ਨਾ ਮਣ ਲੱਗੈ, ਨਾ ਇਹੋ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਇਹ ਜਨੇਊ ਹੈ ਤਾਂ ਪਾ ਦੇ ਸਾਡੇ।
ਇਹ ਦੂਸਰਾ ਸਿਧਾਂਤ ਸਤਿਗੁਰਾਂ ਨੇ ਸਾਨੂੰ, ਦੂਸਰਾ ਕਾਨੂੰਨ ਬਣਾਇਆ ਕਿ ਅਸੀਂ, ਸਾਡਾ ਨਿਰਾਲਾ ਪੰਥ। ਤੀਸਰਾ, ਉਹ ਜਦੋਂ ਤੀਸਰਾ ਅਸੂਲ ਬਣਾਇਆ ਨਾ ਨਿਰਾਲੇ ਪੰਥ ਦਾ, ਉਦੋਂ ਤਾਂ ਸਤਿਗੁਰਾਂ ਨੇ ਚਪੇੜਾਂ ਵੀ ਖਾ ਲਈਆਂ ਉਹ ਕਾਨੂੰਨ ਬਣਾਉਣ ਵਾਸਤੇ। ਬਾਬੇ ਕਾਲੂ ਨੇ ਆਖਿਆ, ਜਾਓ ਸੌਦਾ ਕਰਕੇ ਆਓ, ਚੰਗਾ ਮੁਨਾਫੇ ਵਾਲਾ ਹੋਵੇ। ਉਦੋਂ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਰਸਤ ਵਸਤ ਲੈ ਕੇ। ਤੇ ਜਦੋਂ ਪੁੱਛਿਆ ਕੀ ਸੌਦਾ ਕਰਕੇ ਆਏ ਹੋ, ਆਪ ਤਾਂ ਪਾਸੇ ਖਲੋ ਗਏ। ਭਾਈ ਬਾਲਾ ਜੀ ਗਏ, ਕਹਿਣ ਲੱਗੇ ਕੀ ਸੌਦਾ ਖਰੀਦਿਆ? ਕਹਿਣ ਲੱਗੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਬਾਬਾ ਕਾਲੂ ਜੀ ਨੇ ਉਦੋਂ ਫਿਰ ਚਪੇੜਾਂ ਵੀ ਮਾਰੀਆਂ। ਤੀਸਰਾ ਕਾਨੂੰਨ ਬਣਾਉਣ ਵਾਸਤੇ ਸਤਿਗੁਰਾਂ ਨੇ ਆਪਣਾ ਆਪ ਚਪੇੜਾਂ ਖਾ ਕੇ ਫਿਰ ਇੱਕ ਕਾਨੂੰਨ ਬਣਾਇਆ। ਅੱਜ ਉਹ ਸਾਡੀ ਪ੍ਰਸਿੱਧੀ ਹੈ। ਉਹ ਕਾਨੂੰਨ ਪਿੱਛੇ ਸਾਰੀ ਦੁਨੀਆ ਵਿੱਚ ਲੰਗਰ ਮਿਲਦਾ ਹੈ, ਕੇਵਲ ਗੁਰੂ ਨਾਨਕ ਦੇ ਘਰ ਵਿੱਚੋਂ ਮਿਲਦਾ, ਹੋਰ ਨਹੀਂ ਕਿਤੋਂ ਮਿਲਦਾ। ਇਹ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਾਨੂੰਨ ਬਣਾ ਕੇ ਦਿੱਤਾ ਹੈ, ਅਸੂਲ ਬਣਾ ਕੇ ਦਿੱਤਾ ਹੈ। ਇੱਕ ਮੁਸਲਮਾਨ ਫਕੀਰ ਹੋਏ ਨੇ ਸਾਈਂ ਬੁੱਲੇ ਸ਼ਾਹ, ਮਸੀਤ ਵਿੱਚ ਚਲੇ ਗਏ, ਕਹਿਣ ਲੱਗੇ ਭੁੱਖ ਲੱਗੀ ਹੈ। ਕਹਿਣ ਲੱਗੇ ਵੀ ਇੱਥੇ ਉਹ ਪਾਣੀ ਵਾਲਾ ਕੁੱਜਾ ਪਿਆ ਹੈ, ਤੂੰ ਇਹਦੇ ਨਾਲ ਉਜੂ ਕਰ ਲੈ। ਪੰਚਨਾਨੇ ਨੂੰ ਕਹਿੰਦੇ ਨੇ, ਨਮਾਜ਼ ਪੜ੍ਹ ਸਕਦਾ ਹੈ, ਖਾਣ ਲਈ ਕੁਝ ਨਹੀਂ। ਮੰਦਿਰ ਵਿੱਚ ਚਲਾ ਗਿਆ, ਕਹਿਣ ਲੱਗੇ ਭੁੱਖ ਲੱਗੀ ਹੈ। ਕਹਿਣ ਲੱਗੇ ਵੀ ਟੱਲ ਖੜਕਾ ਸਕਦਾ ਹੈ ਜਾਂ ਸੰਧੂਰ ਦਾ ਤਿਲਕ ਲਾ ਸਕਦਾ ਹੈ, ਖਾਣ ਲਈ ਕੁਝ ਨਹੀਂ। ਉਸ ਤੋਂ ਬਾਅਦ ਚਲੇ ਗਿਆ ਗੁਰਦੁਆਰੇ, ਤੇ ਗੁਰਦੁਆਰੇ ਜਦੋਂ ਗਿਆ, ਉੱਥੋਂ ਦੇ ਜਿਹੜੇ ਹਾਲਾਤ ਵੇਖੇ ਨਾ ਬੁੱਲੇ ਸ਼ਾਹ ਨੇ, ਉਹ ਆਪਣੀ ਕਲਮ ਨਾਲ ਵਰਣਨ ਕਰਦਾ। ਇੱਟ ਖੜੱਕਾ ਦੁੱਕੜ ਵੱਜੇ, ਇੱਟ ਖੜੱਕਾ ਹੋ ਰਿਹਾ ਸੀ, ਮਿਸਤਰੀ ਲੱਗੇ ਉਹ ਸਾਰੀ ਹੋ ਰਹੀ ਸੀ, ਜੋੜੀ ਵੱਜ ਰਹੀ, ਕੀਰਤਨ ਹੋ ਰਿਹਾ ਸੀ, ਨਾਲੇ ਤਪੇ ਚੁੱਲ੍ਹਾ, ਚੁੱਲ੍ਹੇ ਵਿੱਚ ਬਾਲਣ ਮੱਚ ਰਿਹਾ ਸੀ, ਲੰਗਰ ਪੱਕ ਰਿਹਾ ਸੀ, ਦਾਲਾਂ ਪੱਕ ਰਹੀਆਂ ਸਨ। ਆਵੇ ਸੰਗਤ ਛਕ ਛਕ ਜਾਵੇ, ਲੰਗਰ ਰਹਿੰਦਾ ਖੁੱਲਾ। ਸੰਗਤ ਛਕਦੀ ਹੈ, ਕੋਈ ਬੈਠੀ ਜਾਂਦਾ ਹੈ, ਕੋਈ ਛਕ ਕੇ ਚਲੀ ਜਾਂਦਾ ਹੈ। ਇਹ ਬੁੱਲੇ ਸ਼ਾਹ ਕਹਿੰਦਾ, ਇਹਨਾਂ ਗੱਲਾਂ ਤੇ ਮੌਲਾ ਰਾਜੀ ਤੇ ਨਾਲੇ ਰਾਜੀ ਬੁੱਲਾ। ਇਹ ਸਿਧਾਂਤ ਜਿਹਦੇ ਦੂਜਿਆਂ ਨੇ ਵੀ ਸਿਫਤ ਕੀਤੀ ਹੈ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ। ਸਮਾਂ ਥੋੜਾ ਹੈ। ਅਗਲਾ ਸਿਧਾਂਤ ਗੁਰੂ ਨਾਨਕ ਦੇਵ ਜੀ ਦਾ ਜਦੋਂ ਵਿਆਹ ਹੋਇਆ ਨਾ, ਉਦੋਂ ਬੇਦੀ ਗੱਡੀ ਗਈ। ਉਸੇ ਰੀਤੀ ਅਨੁਸਾਰ ਸਤਿਗੁਰਾਂ ਨੇ ਆਖਿਆ, ਸੀ ਅਗਨੀ ਪੂਜਕ ਨਹੀਂ ਹਾਂ, ਅਗ ਦੀਆਂ ਪ੍ਰਕਰਮਾਂ ਨਹੀਂ ਕਰਨੀਆਂ। ਉਦੋਂ ਪੰਡਿਤ ਹਰਦਿਆਲ ਨੇ ਆਖਿਆ, ਮਹਾਰਾਜ ਆਪ ਦੱਸ ਦਿਓ ਫਿਰ ਕਿਵੇਂ ਕਰੀਏ। ਉਦੋਂ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਕ ਕਾਗਜ਼ ਤੇ ਕਲਮ ਮੰਗਾ ਕਰਕੇ, ਇੱਕ ਕਾਗਜ਼ ਤੇ ਕਲਮ ਮੰਗਾ ਕਰਕੇ ਮੂਲ ਮੰਤਰ ਦਾ ਪਾਠ ਲਿਖਿਆ। ਇੱਕ ਚੌਂਕੀ ਮੰਗਾ ਕੇ ਉਹਦੇ ਤੇ ਸੋਹਣਾ ਬਸਤਰ ਵਿਛਾ ਕੇ ਉਹਦੇ ਤੇ ਮੂਲ ਮੰਤਰ ਦਾ ਪਾਠ ਰੱਖ ਕੇ ਨਾ ਉਹਦੀਆਂ ਪ੍ਰਕਰਮਾਂ ਕੀਤੀਆਂ ਗੁਰੂ ਨਾਨਕ ਦੇਵ ਜੀ ਨੇ। ਅੱਜ ਸਾਡਾ ਸਾਰਾ ਸਿੱਖ ਪੰਥ ਗੁਰੂ ਗ੍ਰੰਥ ਸਾਹਿਬ ਜੀ ਵੀ ਸ਼ਬਦ ਰੂਪ ਹੈ, ਮੂਲ ਮੰਤਰ ਵੀ ਸ਼ਬਦ ਹੈ, ਸ਼ਬਦ ਦੀਆਂ ਪ੍ਰਕਰਮਾਂ ਕੀਤੀਆਂ। ਇਹ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਅਸੂਲ, ਇਹ ਵੀ ਇੱਕ ਕਾਨੂੰਨ ਸਿਧਾਂਤ ਬਣਾ ਕੇ ਦਿੱਤਾ। ਉਸ ਤੋਂ ਬਾਅਦ ਧਿਆਨ ਦਿਓ, ਅਗਲਾ ਜਿਹੜਾ ਕਾਨੂੰਨ ਸਤਿਗੁਰਾਂ ਨੇ ਬਣਾਇਆ, ਫਿਰ ਸਤਿਗੁਰੂ ਜੀ ਜਿਹੜੀ ਦੁਨੀਆ ਵਿੱਚ ਕਮੀ ਆ ਰਹੀ ਸੀ ਨਾ, ਕਮੀ ਕਿਸ ਗੱਲ ਦੀ ਸੀ? ਰਿਖੀ ਮੁਨੀ ਜਿੰਨੇ ਹੋਏ ਸਾਰੇ ਇੱਥੇ ਆ ਕੇ ਡਿੱਗ ਪੈਂਦੇ ਸਨ, ਭਜਨ ਕਰਦੇ ਕਰਦੇ ਉਹਨਾਂ ਨੂੰ ਵਿਕਾਰ ਡੇਗ ਲੈਂਦੇ ਸਨ। ਕਾਮ ਦੇ ਵਸ ਹੋ ਕੇ ਉਹਨਾਂ ਦਾ ਜਪ ਤਪ ਸਾਰਾ ਨਸ਼ਟ ਹੋ ਜਾਂਦਾ ਸੀ। ਸਤਿਗੁਰਾਂ ਨੇ ਆਪ ਗ੍ਰਸਥ ਧਰਮ ਧਾਰਨ ਕੀਤਾ ਤੇ ਸਾਨੂੰ ਹੁਕਮ ਦਿੱਤਾ ਕਿ ਗ੍ਰਸਥ ਧਰਮ ਸਾਰਿਆਂ ਤੋਂ ਪਵਿੱਤਰ ਧਰਮ ਹੈ, ਇਹ ਸਾਨੂੰ ਅਪਣਾਉਣਾ ਚਾਹੀਦਾ। ਭਾਈ ਗੁਰਦਾਸ ਜੀ ਨੇ ਵੀ ਇਹਦੀ ਗਵਾਹੀ ਦਿੱਤੀ ਹੈ, ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸੁਮੇਰ ਵੱਡੋ, ਜਗਤ ਬਖਾਨ ਹੈ ਤਰਵਰ ਵਿਖੇ ਜੈਸੇ ਚੰਦਨ ਬਿਰਖ ਵੱਡੋ, ਧਾਤ ਮੈਂ ਕਨ ਕੇ ਅਤ ਉੱਤਮ ਕੈ ਮਾਨ ਹੈ, ਪੰਛੀਆਂ ਮੈਂ ਹੰਸ ਮਿਰਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ। ਪ੍ਰਧਾਨ ਕਿਉਂ ਹੈ ਬਈ?
ਸਾਰੇ ਹੀ ਇਹਦੇ ਘਰੋਂ ਹੀ ਜਨਮ ਲੈਂਦੇ ਨੇ, ਉੱਤੋਂ ਕੋਈ ਨਹੀਂ ਡਿੱਗਦਾ। ਗੁਰੂ ਪੀਰ ਅਵਤਾਰ ਸਾਰੀ ਗ੍ਰਸਤੀਆਂ ਦੇ ਘਰ ਹੀ ਜੰਮਦੇ ਹਨ। ਇਸ ਕਰਕੇ ਗ੍ਰਸਤ ਧਰਮ ਧਾਰਨ ਕਰਕੇ ਸਤਿਗੁਰਾਂ ਨੇ ਨਾਕਾ ਹੀ ਰੋਕ ਦਿੱਤਾ। ਜਿੱਥੋਂ ਰਿਸ਼ੀ ਮੁਨੀ ਆ ਕੇ ਡਿੱਗਦੇ ਸਨ, ਵੱਡੇ ਵੱਡੇ ਤਪਸਵੀ ਆ ਕੇ ਉਹਨਾਂ ਦੇ ਤਪ ਸਾਰੇ ਛੀਨ ਹੋ ਜਾਂਦੇ ਸਨ। ਆਪਣੇ ਸਿੱਖਾਂ ਨੂੰ ਗ੍ਰਸਤੀ ਬਣਾ ਕਰਕੇ ਕਾਨੂੰਨ ਸਤਿਗੁਰਾਂ ਨੇ ਗ੍ਰਸਤ ਧਰਮ ਧਾਰਨ ਦਾ ਸਾਨੂੰ ਉਪਦੇਸ਼ ਦਿੱਤਾ। ਸੁਲਤਾਨਪੁਰ ਸਾਹਿਬ ਦੇ ਵਿੱਚ ਗੁਰੂ ਕਾ ਬਾਗ ਗੁਰਦੁਆਰਾ ਹੈ। ਉੱਥੇ ਸਤਿਗੁਰਾਂ ਨੇ ਰਹਿ ਕਰਕੇ ਆਪਣੇ ਪਰਿਵਾਰ ਦੇ ਵਿੱਚ ਮੋਦੀਖਾਨੇ ਦੀ ਕਾਰ ਕੀਤੀ। ਬਾਬਾ ਸ੍ਰੀ ਚੰਦ ਜੀ ਦਾ ਜਨਮ ਹੁੰਦਾ ਹੈ, ਬਾਬਾ ਲਖਮੀ ਦਾਸ ਜੀ ਦਾ ਜਨਮ ਹੁੰਦਾ ਹੈ। ਅਜੇ ਛੋਟੇ ਸਨ। ਫਿਰ ਉਦਾਸੀ ਦੀ ਰੀਤ ਚਲਾਈ ਭਾਈ ਗੁਰਦਾਸ ਜੀ ਦੇ ਕਹਿਣ ਮੁਤਾਬਕ। ਜਦੋਂ ਉਦਾਸੀਆਂ ਤੇ ਚੱਲੇ ਹਨ, ਛੱਡ ਕੇ ਨਹੀਂ ਭੱਜੇ ਜਿਵੇਂ ਲੋਕ ਘਰ ਨੂੰ ਛੱਡ ਕੇ, ਪੂਰੀਆਂ ਡਿਊਟੀਆਂ ਲਾਈਆਂ। ਬੇਬੇ ਨਾਨਕੀ ਆਈ, ਦੋਨਾਂ ਭਤੀਜਿਆਂ ਨੂੰ ਉਂਗਲ ਨਾਲ ਲਾ ਕੇ ਬੇਬੇ ਨਾਨਕੀ ਨੇ ਆਖਿਆ, ਵੀਰ ਤੂੰ ਚੱਲਿਆ ਤੇ ਜਦੋਂ ਕਿਤੇ ਮੈਨੂੰ ਪੁੱਛਣਗੇ ਸਾਡਾ ਪਿਤਾ ਕਿੱਥੇ ਹੈ, ਪਿਤਾ ਦੀ ਤਾਂ ਲੋੜ ਬੱਚਿਆਂ ਨੂੰ ਹੁੰਦੀ ਹੈ, ਮੈਂ ਫਿਰ ਕੀ ਦੱਸਾਂਗੀ। ਉਦੋਂ ਧੰਨ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਬਚਨ ਕਹੇ, ਆਖਿਆ ਬੇਬੇ ਤੈਨੂੰ ਪਰਮੇਸ਼ਰ ਨੇ ਮਾਂ ਤਾਂ ਨਹੀਂ ਬਣਾਇਆ, ਤੂੰ ਪਿਤਾ ਬਣ ਕੇ ਇਹਨਾਂ ਨੂੰ ਸੰਭਾਲੇਂਗਾ। ਸੁਲੱਖਣੀ ਇਹਨਾਂ ਦੀ ਮਾਂ ਹੋਏਗੀ, ਤੈਨੂੰ ਮਾਂ ਤਾਂ ਨਹੀਂ ਬਣਾਇਆ, ਤੂੰ ਪਿਤਾ ਦਾ ਰੋਲ ਅਦਾ ਕਰੇਂਗਾ। ਉੱਥੋਂ ਸਤਿਗੁਰੂ ਜੀ ਫਿਰ ਉਦਾਸੀਆਂ ਤੇ ਜਦੋਂ ਚੱਲਦੇ ਹਨ, ਪਹਿਲੀ ਉਦਾਸੀ ਸਤਿਗੁਰਾਂ ਨੇ ਜਿਹੜੀ ਸੁਲਤਾਨਪੁਰ ਤੋਂ ਆਰੰਭ ਕੀਤੀ, ਤੇ ਪਹਿਲੀ ਉਦਾਸੀ ਵਿੱਚ ਸਤਿਗੁਰੂ ਜੀ ਏਮਨਾਬਾਦ ਜਾਂਦੇ ਹਨ। ਪੁਰਾਤਨ ਜਨਮ ਸਾਖੀ ਪੜ੍ਹੀਏ, ਸਿੱਧਾ 150 ਕਿਲੋਮੀਟਰ ਦਾ ਹੀ ਵਾਟ ਹੈ। ਏਮਨਾਬਾਦ ਹੁਣ ਪਾਕਿਸਤਾਨ ਵਿੱਚ ਹੈ। ਉੱਥੇ ਸਿੱਧੇ ਹੀ ਭਾਈ ਲਾਲੋ ਦੇ ਘਰ ਜਾਂਦੇ ਹਨ। ਲਾਲੋ ਦਰਸ਼ਨ ਕਰਕੇ ਪ੍ਰਭਾਵਿਤ ਹੋਇਆ, ਪਰ ਪੁੱਛ ਲਿਆ ਕੌਣ ਹੋ ਤੁਸੀਂ? ਸਤਿਗੁਰੂ ਜੀ ਕਹਿਣ ਲੱਗੇ, ਉਹੀ ਹਾਂ ਜਿਹਨੂੰ ਦਿਨ ਰਾਤ ਨੂੰ ਯਾਦ ਕਰਦਾ ਰਹਿੰਦਾ। ਬੜੇ ਪਿਆਰ ਨਾਲ ਬਿਠਾਇਆ, ਸੇਵਾ ਕੀਤੀ ਜਲ ਪਾਣੀ ਦੀ। ਤੇ ਸਤਿਗੁਰੂ ਜੀ ਕਹਿੰਦੇ ਹਨ, ਭਾਈ ਲਾਲੋ ਕੰਮ ਕੀ ਕਰਦਾ ਹੁੰਦਾ? ਕਹਿਣ ਲੱਗਾ, ਜੀ ਕਿੱਲੇ ਘੜਦਾ ਹਾਂ, ਕਿੱਲੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਕਦੇ ਮਨ ਨਹੀਂ ਘੜਿਆ? ਕਹਿਣ ਲੱਗਾ, ਜੀ ਮੈਨੂੰ ਤਾਂ ਘੜਨਾ ਹੀ ਨਹੀਂ ਆਉਂਦਾ, ਆਪ ਘੜ ਦਿਓ ਕਿਰਪਾ ਕਰਕੇ ਮੇਰੇ ਮਨ ਨੂੰ। ਸਤਿਗੁਰੂ ਜੀ ਕਹਿਣ ਲੱਗੇ, ਜਿਹੜੇ ਤੂੰ ਕਿੱਲੇ ਘੜਦਾ ਹੈ, ਜਦੋਂ ਤੈਨੂੰ ਜ਼ਿਮੀਂਦਾਰ ਲੱਕੜ ਫੜਾ ਕੇ ਜਾਂਦੇ ਤਾਂ ਹੀ ਘੜਦਾ ਹੈ? ਕਹਿਣ ਲੱਗੇ, ਹਾਂ। ਜਦੋਂ ਤੂੰ ਸਾਨੂੰ ਮਨ ਫੜਾਏਂਗਾ, ਅਸੀਂ ਤੇਰਾ ਮਨ ਵੀ ਘੜ ਦਿਆਂਗੇ। ਇਹ ਬਾਣੀ ਵਿੱਚ ਸ਼ਬਦ ਹੁੰਦੇ ਨੇ, ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸਾਡੇ ਤੋਂ ਮਨ ਹੀ ਨਹੀਂ ਦਿੱਤਾ ਜਾਂਦਾ। ਜੇ ਮਨ ਕਿਤੇ ਗੁਰੂ ਨੂੰ ਅਰਪਣ ਕਰ ਦਈਏ, ਫਿਰ ਸਤਿਗੁਰੂ ਜੀ ਇਹਨੂੰ ਘੜ ਦਿੰਦੇ ਹਨ ਤੇ ਸ਼ੁਭ ਸਿੱਖਿਆ ਤੇ ਲਾ ਦਿੰਦੇ ਨੇ। ਭਾਈ ਲਾਲੋ ਨੇ ਮਨ ਗੁਰੂ ਨੂੰ ਅਰਪਣ ਕੀਤਾ ਤੇ ਸਤਿਗੁਰਾਂ ਨੇ ਮਲਕ ਭਾਗੋ ਵਰਗਿਆਂ ਨੂੰ ਠਕਰਾ ਦਿੱਤਾ ਤੇ ਲਾਲੋ ਨੂੰ ਅਪਣਾਇਆ। ਆਪਾਂ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਂਦੇ ਹੋਏ ਆਪਣਾ ਜਿਹੜਾ ਮਨ ਹੈ ਨਾ, ਉਹ ਗੁਰੂ ਨੂੰ ਦੇ ਦਈਏ ਤੇ ਫਿਰ ਫੁਰਨਿਆਂ ਤੋਂ ਰਹਿਤ ਹੋ ਕਰਕੇ ਗੁਰੂ ਕਿਰਪਾ ਕਰੇਗਾ, ਸਾਨੂੰ ਸ਼ਬਦ ਨਾਲ ਜੋੜੇਗਾ। ਸ਼ਬਦ ਦੇ ਬਲ ਨਾਲ ਹੀ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਿਰਾਲਾ। ਤੇ ਜਦੋਂ ਗੁਰੂ ਨਾਨਕ ਨੂੰ ਪੁੱਛਿਆ ਸੀ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਉਦੋਂ ਗੁਰੂ ਨਾਨਕ ਸਾਹਿਬ ਨੇ ਵੀ ਇਹ ਬਚਨ ਕਹੇ ਸਨ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਆਪਾਂ ਸ਼ਬਦ ਨਾਲ ਜੁੜੀਏ, ਰਹਿਤ ਬਹਿਤ ਦੇ ਵਿੱਚ ਪ੍ਰਪੱਕ ਹੋਈਏ, ਆਪ ਕੇਸਾਧਾਰੀ ਹੋਈਏ, ਬੱਚਿਆਂ ਨੂੰ ਕੇਸਾਧਾਰੀ ਬਣਾਈਏ, ਬਾਣੀ ਤੇ ਬਾਣੀ ਦੇ ਧਾਰਨੀ ਹੋਈਏ, ਅੰਮ੍ਰਿਤ ਛਕੀਏ, ਗੁਰੂ ਦੇ ਲੜ ਲੱਗੀਏ, ਤਾਂ ਸਾਡਾ ਇਹ ਗੁਰਪੁਰਬ ਮਨਾਇਆ ਹੋਇਆ ਸਫਲ ਹੋਵੇਗਾ। ਤੇ ਭਾਈ ਗੁਰਦਾਸ ਜੀ ਨੇ ਤਾਂ ਗੁਰਪੁਰਬ ਮਨਾਉਣ ਵਾਲਿਆਂ ਨੂੰ ਐਸਾ ਬਚਨ ਕਿਹਾ, ਬਲਿਹਾਰੀ ਤਿੰਨਾਂ ਗੁਰ ਸਿੱਖਾਂ, ਭਾਏ ਭਗਤ ਗੁਰਪੁਰਬ ਕਰਨ ਦੇ। ਉਹਨਾਂ ਸਿੱਖਾਂ ਤੋਂ ਮੈਂ ਬਲਿਹਾਰ ਜਾਵਾਂ ਜਿਹੜੇ ਪ੍ਰੇਮ ਨਾਲ ਗੁਰਪੁਰਬ ਮਨਾਉਂਦੇ ਹਨ। ਤੁਸੀਂ ਪ੍ਰੇਮ ਨਾਲ ਗੁਰਪੁਰਬ ਮਨਾਇਆ। ਸਤ ਭਾਈ ਸਾਹਿਬ ਕਹਿੰਦੇ, ਨਹੀਂ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਜਿਹੜੇ ਗੁਰਪੁਰਬ ਮਨਾਉਂਦੇ ਹਨ।
ਇਸ ਲਈ ਤੁਹਾਡਾ ਸਾਰੀਆਂ ਸੰਗਤਾਂ ਦਾ ਧੰਨਵਾਦ ਜੋ ਰਲ ਮਿਲ ਕੇ ਗੁਰੂ ਸਾਹਿਬ ਜੀ ਦਾ ਪੁਰਬ ਮਨਾ ਰਹੇ ਹੋ। ਤੇ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਏਕਤਾ ਇਤਫਾਕ ਨਾਮ ਦੀ ਦਾਤ ਬਖਸ਼ਿਸ਼ ਕਰਨ ਤੇ ਰਲ ਮਿਲ ਕੇ ਆਪਾਂ ਗੁਰੂ ਦੇ ਚਰਨੀ ਲੱਗੀਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਸਮੂਹ ਸੇਵਾਦਾਰਾਂ ਦਾ, ਬਾਬਾ ਜੀ ਜੋ ਗ੍ਰੰਥੀ ਵੀ ਹਨ ਨਾਲ ਰਾਗੀ ਵੀ ਹਨ, ਉਹਨਾਂ ਦਾ ਵੀ ਧੰਨਵਾਦ। ਜਿੰਨੇ ਵੀ ਇੱਥੇ ਤੁਸੀਂ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਸੰਗਤਾਂ, ਸਾਰਿਆਂ ਦਾ ਧੰਨਵਾਦ। ਕਿਉਂਕਿ ਮੈਂ ਇੱਥੇ ਤਕਰੀਬਨ ਪਹਿਲਾਂ 1 ਸਾਲ ਦੇ ਕਰੀਬ ਤੁਹਾਡੀ ਸੇਵਾ ਵਿੱਚ ਗੁਰਬਾਣੀ ਦੀ ਸੰਥਿਆ ਕਰਾਉਂਦਿਆਂ ਹੋਇਆਂ ਦਰਸ਼ਨ ਕੀਤੇ ਨੇ। ਬਹੁਤ ਪਿਆਰ ਹੈ ਸੰਗਤ ਦਾ, ਬਹੁਤ ਸੇਵਾ ਦੀ ਲਗਨ ਹੈ। ਸਤਿਗੁਰੂ ਜੀ ਹੋਰ ਵੀ ਕਿਰਪਾ ਕਰਨ, ਤੁਹਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਦਰੋਂ ਕਰੋ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ। ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਜੇ ਵਰਣਨ ਕਰੀਏ ਤਾਂ ਵਿਦਵਾਨਾਂ ਨੇ ਐਸਾ ਲਿਖਿਆ ਹੈ, ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਪਾਤ ਮੈਂ ਪਾਤ। ਕੇਲੇ ਨੂੰ ਛਿੱਲੀ ਜਾਈਏ ਥੱਲੇ ਹੋਰ ਪੱਤੇ ਨਿਕਲੀ ਆਉਂਦੇ ਆ। ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤਾਂ ਗੱਲ ਕੀਤੀ ਨਹੀਂ ਜਾ ਸਕਦੀ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਦੁਨੀਆ ਨੂੰ ਤਾਰਿਆ ਹੈ, ਉਹਦੇ ਬਾਰੇ ਇਸ ਤਰ੍ਹਾਂ ਲਿਖਿਆ ਹੈ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਕੋਈ ਆਕਾਸ਼ ਦੇ ਤਾਰਿਆਂ ਨੂੰ ਗਿਣ ਸਕਦਾ ਹੈ, ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਸੀਂ ਜਿਹੜੇ ਤਾਰੇ ਹਨ ਉਹ ਨਹੀਂ ਗਿਣੇ ਜਾ ਸਕਦੇ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। 10 ਸਰੂਪਾਂ ਦੇ ਵਿੱਚ ਤਾਰਿਆ, ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਤਾਰ ਰਹੇ ਹੋ, ਅੱਗੇ ਨੂੰ ਤਾਰੋਗੇ, ਇਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਐਸੇ ਸਤਿਗੁਰਾਂ ਦੇ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਮਾਪਤੀ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਇੰਨੀ ਕੁ ਸੇਵਾ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।